कल घोर समुद्र में बूढ़त थे, कब हो मिट है नहीं रे पछतायो। तत् विचार यह मथुरा, जग तारन को अवतार बनायो। जपयो जिन अर्जन देव गुरु, फिर संकट जौन गर्भ न पायो। तरन गगन नव खंड में, जोत स्वरूपी रहो पर। पन मथुरा कछ भेद नहीं, गुर अर्जन परतख हर। एह पद्धत ते मत चूकै, मन भेद बभेद आन बियो। परतश हृदय गुर अर्जन कै, हर पूरन ब्रह्म निवास लियो। परतश हृदय गुर अर्जन कै, हर पूरन ब्रह्म निवास लियो। परम सन्मान सत्कारयोग, जुगो जुग अटल, चवर छत्र तख्त दे मालिक, ज्ञान दे मुजस्मे सर्ब सांझी वालता दे रहबर, गरीब निवाज सतगुरु धन धन श्री गुरु ग्रंथ साहिब महाराज जियां दी पावन पवित्र हजूरी अंदर सुभाए मान। गुरु प्यारे सतसंगी जनों, आप जी वडभागी हो। शहीदां दे सरताज, शांति सहजता दी निमरता दी परोपकारता दी मूरत, बाणी के बहुत धन धन श्री गुरु अर्जन देव साहिब सच्चे पातशाह जियां दा शहीदी दिहाड़ा मना रहे हो। सतगुरु जी दे शहीदी दिहाड़े ते शहीदी दे कारण महाराज दी शहीदी किवें होई, उस उपर आपां कुछ समय लई विचार कर सकीए। सब तो पहला सतगुरां दी बख्शिश कीती हुई फतेह दी सांझ पाईए। असीस बसो, गज के आखो जी वाहिगुरू जी का खालसा, वाहिगुरू जी की फतेह। धन श्री गुरु अर्जन देव साहिब जी, धन गुरु रामदास साहिब जी चौथे गुरुदेव, तिन्हां दे सब तो छोटे सुपुत्र हैं। गुरु अर्जन देव साहिब जियां दे माता भानी जी, जिहड़े धन गुरु अमरदास साहिब जी तीजे गुरुदेव सतगुरां दे सुपुत्री हैं। बचपन दे 11 साल जिहड़े ने पहले गुरु अर्जन देव साहिब जियां दे वो श्री गोविंदवाल साहिब बतीत होए, जिथे भट्टां ने बचन कीते हन तै जनमत गुरमत ब्रह्म पछाणियो। उथे गुरु अमरदास साहिब जी, जो नाना जी ने गुरु अर्जन देव साहिब जियां दे तिन्हां ने बचन कीते, दोहता बाणी का बोहता। 11 साल बतीत कीते। उस तो बाद धन गुरु
ਰਾਮਦਾਸ ਸਾਹਿਬ ਜੀ ਆਪਣੇ ਪਰਿਵਾਰ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੇ ਹਨ, ਨਗਰ ਵਸਾਉਂਦੇ ਨੇ। 18 ਸਾਲ ਦੀ ਉਮਰ ਦੇ ਵਿੱਚ ਸਤਿਗੁਰ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ। ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਉਸ ਤੋਂ ਪਹਿਲਾਂ ਬਾਬੇ ਪ੍ਰਿਥੀ ਚੰਦ, ਜਿਹੜੇ ਮਹਾਰਾਜ ਦੇ ਵੱਡੇ ਭਰਾਤਾ ਹਨ, ਤਿਨਾਂ ਨੇ ਬੜਾ ਹੀ ਯਤਨ ਕੀਤਾ, ਬਹੁਤ ਹੀ ਜ਼ੋਰ ਲਾਇਆ ਵੀ ਮੈਂ ਗੁਰਤਾ ਗੱਦੀ ਦਾ ਮਾਲਕ ਬਣਾ। ਤੇ ਇੱਕ ਸਮਾਂ ਐਸਾ ਵੀ ਆਇਆ ਜਦੋਂ ਪਿਤਾ ਨੇ ਕਿਹਾ, ਪੁੱਤਰ ਜੀ ਲਾਹੌਰ ਜਾਣਾ ਕਰੋ, ਵਿਆਹ ਦਾ ਕਾਰਜ ਹੈ। ਉੱਥੇ ਬਾਬਾ ਪ੍ਰਿਥੀ ਚੰਦ ਨੇ ਕਹਿ ਦਿੱਤਾ, ਪਿਤਾ ਜੀ ਜੇ ਮੈਂ ਚਲਾ ਗਿਆ ਪਿੱਛੋਂ ਕਾਰ ਵਿਹਾਰ ਕੌਣ ਸੰਭਾਲੇਗਾ, ਇਹ ਨਹੀਂ ਚੱਲੇਗਾ। ਪਰ ਇਸ ਦੀ ਇਹ ਨਹੀਂ ਗੱਲ ਪਤਾ, ਅਸੀਂ ਕਈ ਵਾਰ ਇਹ ਧਾਰਨ ਕਰਕੇ ਵੀ ਅਸੀਂ ਜੋ ਸੇਵਾ ਕਰਦੇ ਹੀ ਸੇਵਾ ਹੈ। ਪਰ ਮਾਰੇ ਕਹਿੰਦੇ ਸੇਵਾ ਅਸਲ ਵਿੱਚ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਸੇਵਾ ਇਹ ਨਹੀਂ ਵੀ ਪ੍ਰਬੰਧ ਥੋੜਾ ਨਹੀਂ ਸੰਭਾਲਦੇ, ਬਹੁਤ ਸੰਭਾਲਦੇ ਸਨ, ਪਰ ਅੰਦਰ ਲਾਲਸਾ ਜਿਹੜੀ ਸੀ ਉਹ ਮਾੜੀ ਸੀ। ਲਾਲਸਾ ਇਹ ਸੀ ਵੀ ਮੈਂ ਮਾਲਕ ਬਣਾ, ਮੈਂ ਗੁਰਤਾ ਗੱਦੀ ਹਾਸਲ ਕਰਾਂ। ਗੁਰੂ ਅਰਜਨ ਦੇਵ ਸਾਹਿਬ ਜੀਆਂ ਨੂੰ ਹੁਕਮ ਹੋਇਆ, 7 ਵਚਨ ਕਹਿ ਕੇ ਚਲੇ ਜਾਂਦੇ ਹਨ। ਕਾਰਨ ਘਰੋਂ ਹੀ ਸ਼ੁਰੂ ਹੋਇਆ। ਬਾਬੇ ਪ੍ਰਿਥੀ ਚੰਦ ਨੇ ਬੜੇ ਯਤਨ ਕੀਤੇ, ਸੁਲਹੀ ਖਾਂ ਨੂੰ ਕੰਨ ਭਰਨਾ ਕੀਤੇ, ਸੁਲਹੀ ਖਾਂ ਵੀ ਚੜ ਕੇ ਆਇਆ, ਪਰ ਗੁਰੂ ਸਾਹਿਬ ਜੀ ਤੱਕ ਪਹੁੰਚ ਨਹੀਂ ਸਕਿਆ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਆ ਮੂਆ ਨਾ ਭਾਗ। ਕਹਿੰਦੇ ਨਾਪਾਕ ਹੋ ਕੇ ਜਿਉਂਦਾ ਭੱਠੇ ਦੇ ਵਿੱਚ ਡਿੱਗਿਆ ਤੇ ਜਿਉਂਦੇ ਸੜ ਕੇ ਕਹਿੰਦੇ ਸੁਲਹੀ ਖਾਂ ਦੀ ਮੌਤ ਹੋਈ। ਸੁਲਹੀ ਖਾਂ ਨੂੰ ਕਿਹਾ, ਸੁਲਹੀ ਖਾਂ ਵੀ ਨਾ ਪਹੁੰਚ ਸਕਿਆ। ਇਹ ਪ੍ਰਿਥੀ ਚੰਦ ਯਤਨ ਕਰਦਾ ਰਿਹਾ ਤੇ ਇਹ ਯਤਨ ਚੰਦੂ ਵੀ ਕਰਦਾ ਰਿਹਾ, ਕਿਉਂਕਿ ਚੰਦੂ ਨੇ ਇੱਕ ਕਾਰਨ ਸੀ, ਜਿਹਨੇ ਗੁਰੂ ਘਰ ਨੂੰ ਇੱਕ ਮੋਰੀ ਦੱਸਿਆ ਤੇ ਆਪਣੇ ਆਪ ਨੂੰ ਚੁਬਾਰੇ ਦੀ ਇੱਟ ਦੱਸਣਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇਹ ਗੱਲ ਜਦੋਂ ਪਤਾ ਲੱਗੀ, ਮਹਾਰਾਜ ਕਹਿੰਦੇ ਚੰਦੂ ਤੇਰੀ ਧੀ ਸਾਡੀ ਧੀ ਹੈ, ਮੁਬਾਰਕ ਹੈ, ਪਰ ਅਸੀਂ ਇਹ ਰਿਸ਼ਤਾ ਨਹੀਂ ਪ੍ਰਵਾਨ ਕਰ ਸਕਦੇ, ਕਿਉਂਕਿ ਤੂੰ ਗੁਰੂ ਨਾਨਕ ਦੇ ਘਰ ਨੂੰ ਨੀਵਾਂ ਕਹਿ ਦਿੱਤਾ। ਇਹ ਗੱਲ ਕਦੇ ਪ੍ਰਵਾਨ ਨਹੀਂ ਹੋ ਸਕਦੀ। ਚੰਦੂ ਵੀ ਮੌਕੇ ਭਾਲਦਾ ਰਿਹਾ। ਇੱਕ ਅਕਬਰ ਬਾਦਸ਼ਾਹ ਦਾ ਵਜ਼ੀਰ ਹੋਇਆ ਹੈ, ਜਿਹਨੂੰ ਬੀਰਬਲ ਕਹਿੰਦੇ ਸੀ, ਮਹੇਸ਼ ਦਾਸ। ਇਹ ਕੱਟੜ ਇਹ ਜਾਤ ਅਭਿਮਾਨੀ ਸੀ, ਬ੍ਰਾਹਮਣ ਸੀ, ਇਹਨੂੰ ਆਪਣੀ ਜਾਤ ਤੇ ਬੜਾ ਹੰਕਾਰ ਸੀ। ਗੱਲ ਪਤਾ ਲੱਗਦੀ ਗਈ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਘਰ ਹੈ ਵੀ ਜਿੱਥੇ ਹਰ ਜਾਤ ਦਾ, ਹਰ ਵਰਣ ਦਾ ਇੱਕ ਪੰਗਤ ਵਿੱਚ ਬੈਠਦਾ, ਕਿਸੇ ਨਾਲ ਕੋਈ ਵਿਤਕਰਾ ਨਹੀਂ। ਇਹਨੇ ਬੜੇ ਯਤਨ ਕੀਤੇ ਮਹੇਸ਼ ਦਾਸ ਬੀਰਬਲ ਨੇ, ਪਰ ਅਕਬਰ ਦੇ ਕੋਲ ਕੋਈ ਪੇਸ਼ ਨਹੀਂ ਜਾਂਦੀ ਸੀ। ਜਦੋਂ ਆਇਆ ਤੇ ਇਹ ਹੁਕਮ ਇਹਨੇ ਕਿਹਾ ਵੀ ਆਪਣਾ ਵੀ ਮੈਂ ਅੰਮ੍ਰਿਤਸਰ ਨੂੰ ਢਹਿ ਢੇਰੀ ਕਰ ਦਿਆਂਗਾ। ਕਰਨ ਚੱਲਿਆ, ਆਪਣੀ ਚਲਾਉਣ ਚੱਲਿਆ, ਪਰ ਬਾਦਸ਼ਾਹ ਦਾ ਹੁਕਮ ਆਇਆ। ਉਹ ਹੁਕਮ ਸੁਣਦਿਆਂ ਸਾਰ ਤੁਰੰਤ ਵਾਪਸ ਆਇਆ। ਜਦੋਂ ਪਠਾਣਾ ਨੇ ਬਗਾਵਤ ਕੀਤੀ, ਫਲੰਟੀਅਰ ਦੇ ਵਿੱਚ ਕਹਿਣ ਲੱਗੇ ਇਸ ਬੀਰਬਲ ਦੀ ਜੋ 1586 ਦੇ ਵਿੱਚ ਮੌਤ ਹੋ ਜਾਂਦੀ ਹੈ, ਪਰ ਇਹਦੇ ਜਿਹੜੇ ਸਾਥੀ ਸਨ ਉਹ ਮੌਕਾ ਭਾਲਦੇ ਰਹੇ ਵੀ ਕਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਖਤਮ ਕਰੀਏ। ਗੁਰੂ ਸਾਹਿਬ ਜੀ ਦੇ ਸਮੇਂ ਸਿੱਖੀ ਦਾ ਬਹੁਤ ਵੱਡਾ ਜਿਹੜਾ ਪ੍ਰਚਾਰ ਹੋਣ ਲੱਗਿਆ। ਹਰ ਨਗਰ, ਹਰ ਸ਼ਹਿਰ ਵਿੱਚ ਸਿੱਖੀ ਦਾ ਪ੍ਰਚਾਰ ਵੱਧ ਗਿਆ। ਇੰਨਾ ਵਧਿਆ
कि एक जलंधर दे कोल जलंधर दा गवर्नर सी अजीम खान। वो गुरु अर्जन देव साहब जी की शख्सियत तो सिक्खी दे सिद्धांत तो इन्ना प्रभावित होया, उन्हें कला सिक्खी दे असूल नहीं अपनाने कीते, सगों महाराज नूं बेनती की गुरु अर्जन देव साहब जी नूं, सतगुरु जी तुसी जलंधर दे कोल कोई अस्थान वसाउणा करो। ते जलंधर दे कोल महाराज ने इस अजीम खान की बेनती नूं प्रवान करदियां होइयां श्री करतारपुर साहिब गुरु अर्जन देव साहब जी ने वसाउणा कीता। एक बड़ा वड्डा जिहड़ा प्रचार होण लग्या। ते एक अगे कारण है अमृतसर दे विच एक नगर है पखों। उस नगर दे विच सखी सरवरां दी बहुत पूजा होंदी सी, कह लिए भी गढ़ मन्निया जांदा सी। गुरु अर्जन देव साहब जी ने पच्छम वाले उस 6 मील की दूर ते महाराज ने तरन तारण साहब की रचना की, जिथे जिथे ये जिहड़े कर्मकांडी सन जिन्हां बड़ी भारी चोट लगी, महाराज ने सिक्खी का केंद्र स्थापित किया श्री तरन तारण साहब। ते यही नहीं, एक सिख है भाई मंझ जी जिहड़े गुरु अर्जन देव साहब जी के सिख बनते हैं, जिहड़े पहला सखी सरवरां की पूजा करते सन। ये कारण हैं कहण लगे जिहड़े सखी सरवरां नूं मनण वाले सन उन्हां नूं भी बड़ा दुख पहुंचया भी किसी तरीके नाल गुरु अर्जन देव साहब नूं खत्म किया जाए। अगे गल चली जिहड़े कट्टड़ जिन्हां दा ये पैरा सी, जिन्हां दा मकसद ये सी सारे किते इस्लाम ही होवे, होर कोई धर्म ना रहे, ना हिंदू ना सिख कोई भी ना रहे, सिर्फ इस्लाम ही इस्लाम होवे। उन्हां विचों सी शेख अहमद सरहंदी। इसने ये एडा सी भी जिथे भी बोलदा सी जां गलबात करदा किसे नूं मिलदा वो इहदी शख्सियत तो बड़ा प्रभावित हो जाता, बड़ा अपना प्रभाव पाउंदा सी। इस शेख अहमद सरहंदी तो प्रभावित होया शेख फरीद बुखारी, जिन्हों बाद विच मुर्तजा खान की उपाधि दिती जाती। अकबर बादशाह दे कोल सी, अकबर बादशाह कोल परे दी कोई पेश ना चली। अकबर क्योंकि अकबर दे कहने नूं अकबर गुरु घर दे विरुद्ध नहीं सी जांदा। एक बार शिकायत भी की कि जो गुरु अर्जन देव साहब जी ने ग्रंथ लिखाउणा कीता है उस विच इस्लाम की तौहीन की गई है। जदों वेखना किया गया अकबर आया ते उस वक्त कहण लगे ओदी तसल्ली हो गई, इत्थे कोई तौहीन नहीं की, किसे नूं माड़ा नहीं किया गया, इत्थे ता अवल अल्लाह नूर पाया कुदरत के सब बंदे, एक नूर ते सब जग उपजया कौन भले को मंदे। 51 मोहरा मत्था टेकिया अकबर वापस चला जाता, बीमार रहन लगता है। जिहड़ा अकबर दा पुत्र है जहांगीर, ये शराबी अयाशी सी, पाव इहदा ना तो धर्म दे नाल कोई लिंक सी, ऐसो आराम दी शराब दे विच सी। ते अकबर जदों बीमार रहन लग्या उन्हें सोचा उहदा भी मैं जो तख्त है ना अपना वारिस है वो अपने पोतरे खुसरो नूं बनावणा। अकबर दा ये ख्याल सी, पर जिहड़ा शेख अहमद सरहंदी सी उन्हें शेख फरीद बुखारी नूं कह दिता किसी तरीके दे नाल भी खुसरो दे कोल तख्त ना चला जावे, किते अकबर ओनू ना बादशाह बना दवे, नहीं ते सारे किते ते पानी फिर जाना, साडे तो कोई फिर चारा नहीं होना।
ਅਕਬਰ ਨੂੰ ਬਸ ਇਹ ਸੀ ਕਿ ਮੈਨੂੰ ਤਖਤ ਮਿਲ ਜਾਵੇ, ਮੈਂ ਅੱਗੇ ਬਾਦਸ਼ਾਹ ਬਣਾ। ਅਕਬਰ ਤੋਂ ਬਾਅਦ ਜਹਾਂਗੀਰ ਨੂੰ ਇਹ ਸੀ। ਉਹਨੇ ਕਿਹਾ ਮੈਨੂੰ ਤਖਤ ਦਵਾ ਦਿੱਤਾ ਜਾਵੇ, ਜੋ ਤੁਸੀਂ ਕਹੋਗੇ ਉਹ ਮੈਂ ਤੁਹਾਡੀ ਗੱਲ ਮੰਨਣਾ ਕਰਾਂਗਾ। ਅਕਬਰ ਦੀ ਮੌਤ ਹੁੰਦੀ ਹੈ ਆਗਰੇ ਵਿਖੇ। ਜਹਾਂਗੀਰ ਤਖਤ ਤੇ ਬੈਠਦਾ ਹੈ। ਖੁਸਰੋ ਨੇ ਬਗਾਵਤ ਕੀਤੀ ਤੇ ਜਹਾਂਗੀਰ ਨੇ ਹੁਕਮ ਲਾਇਆ ਜਿਹੜਾ ਵੀ ਖੁਸਰੋ ਦੀ ਮਦਦ ਕਰੇਗਾ ਉਹਨੂੰ ਸਜ਼ਾ ਦਿੱਤੀ ਜਾਏਗੀ। ਨਾ ਧਨ ਕਰਕੇ, ਨਾ ਭੋਜਨ ਕਰਕੇ, ਨਾ ਹੀ ਕਿਸੇ ਨੇ ਮਿਲਵਰਤਨ ਰੱਖਣਾ ਹੈ। ਸ਼ੇਖ ਅਹਿਮਦ ਸਰਹੰਦੀ ਦੁਆਰਾ, ਜਿਹੜਾ ਸ਼ੇਖ ਫਰੀਦ ਬੁਖਾਰੀ ਸੀ, ਇਹ ਅਕਬਰ ਦਾ ਖਾਸ ਦਰਬਾਰੀ ਬਣ ਗਿਆ ਸੀ। ਸਭ ਤੋਂ ਵੱਧ ਜਹਾਂਗੀਰ ਦਾ ਖਾਸ ਦਰਬਾਰੀ ਬਣ ਗਿਆ। ਜਹਾਂਗੀਰ ਤੇ ਬੜਾ ਭਰੋਸਾ ਕਰਦਾ ਹੈ ਤੇ ਸ਼ੇਖ ਅਹਿਮਦ ਸਰਹੰਦੀ ਦੇ ਕਹਿਣ ਤੇ ਸ਼ੇਖ ਫਰੀਦ ਬੁਖਾਰੀ ਨੇ ਜਹਾਂਗੀਰ ਦੇ ਕੋਲ ਇਹ ਸ਼ਿਕਾਇਤ ਲਗਾਉਣਾ ਕੀਤੀ, ਗੱਲ ਪਹੁੰਚਾਉਣਾ ਕੀਤੀ ਕਿ ਗੁਰੂ ਅਰਜਨ ਦੇਵ ਜੀਆਂ ਨੇ ਖੁਸਰੋ ਦੀ ਮਦਦ ਕੀਤੀ ਹੈ, ਆਪਣੇ ਘਰ ਵਿੱਚ ਪਨਾਹ ਦੇਣਾ ਕੀਤੀ ਹੈ। ਇਸ ਗੱਲ ਦਾ ਜਦੋਂ ਜਹਾਂਗੀਰ ਨੂੰ ਪਤਾ ਲੱਗਿਆ, ਉਹ ਆਪਣੀ ਪਹਿਲਾਂ ਵੀ ਵਿਰੋਧੀ ਸੀ। ਤੁਝ ਕੇ ਜਹਾਂਗੀਰ ਦੇ ਵਿੱਚ ਉਹਨੇ ਇਹ ਲਿਖਣਾ ਕੀਤਾ ਹੈ। ਉਹ ਇਹ ਨਹੀਂ ਕਹਿਣ ਲੱਗਿਆ ਵੀ ਇਹ ਤਾਂ ਝੂਠ ਦੀ ਦੁਕਾਨ ਜਿਹੜੀ ਹੈ ਬਿਆਸਾ ਦਰਿਆ ਦੇ ਕੋਲ, ਗੁਰੂ ਅਰਜਨ ਦੇਵ ਜੀ ਝੂਠ ਦੀ ਦੁਕਾਨ ਜਿਹੜੀ ਕਾਫੀ ਸਮਿਆਂ ਤੋਂ 2-4 ਪੀੜ੍ਹੀਆਂ ਤੋਂ ਚੱਲਦੀ ਆ ਰਹੀ ਹੈ। ਜਿਹੜੇ ਭੋਲੇ ਭਾਲੇ ਹਿੰਦੂਆਂ ਨੂੰ, ਭੋਲੇ ਭਾਲੇ ਮੁਸਲਮਾਨਾਂ ਨੂੰ ਸਿੱਖ ਬਣਾ ਰਹੇ ਨੇ। ਕਹਿੰਦਾ ਮੇਰੇ ਚਿੱਤ ਵਿੱਚ ਮੈਂ ਕਦੋਂ ਤੋਂ ਚਾਹੁੰਦਾ ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਵੇ। ਜਹਾਂਗੀਰ ਆਪ ਲਿਖਦਾ ਉਸ ਦੇ ਇਹ ਖਿਆਲ ਸਨ। ਉਹਨੇ ਹੁਕਮ ਕਰ ਦਿੱਤਾ ਗੁਰੂ ਅਰਜਨ ਦੇਵ ਜੀਆਂ ਨੂੰ ਸਜ਼ਾ ਦਿੱਤੀ ਜਾਵੇ। ਸਜ਼ਾ ਵੀ ਯਾਸਾ ਦੀ ਧਾਰਾ ਅਨੁਸਾਰ, ਮੰਗੋਲੀਆ ਦਾ ਕਾਨੂੰਨ ਹੈ, ਚੰਗੇਜ਼ ਖਾਨ ਨੇ ਬਣਾਇਆ। ਇਸ ਧਾਰਾ ਦੇ ਅਨੁਸਾਰ ਗੁਰੂ ਅਰਜਨ ਦੇਵ ਜੀਆਂ ਨੂੰ ਸ਼ਹੀਦ ਕੀਤਾ ਜਾਵੇ। ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੀ ਜ਼ਮੀਨ ਜਾਇਦਾਦ ਨੂੰ, ਸਾਰੇ ਕਿਤੇ ਨੂੰ ਜ਼ਬਤ ਕੀਤਾ ਜਾਵੇ। ਇਹ ਸੀ ਹੁਕਮ, ਸਜ਼ਾ ਲਾ ਦਿੱਤੀ ਗਈ। ਕਾਰਨ ਬੜੇ ਸਾਹਮਣੇ ਆਏ। ਚੰਦੂ ਵੀ ਇੱਕ ਕਾਰਨ ਹੈ, ਪ੍ਰਿਥੀ ਚੰਦ ਵੀ ਇੱਕ ਕਾਰਨ ਹੈ, ਜਾਤ ਅਭਿਮਾਨੀ ਵੀ ਇੱਕ ਕਾਰਨ ਹਨ। ਜਿੱਥੇ 4 ਭਗਤ ਚੱਲ ਕੇ ਆਉਂਦੇ, ਕਾਨਾ, ਪੇਲੂ, ਛੱਜੂ, ਸ਼ਾਹ ਹੁਸੈਨ, ਉਹਨਾਂ ਦੀ ਬਾਣੀ ਨੂੰ ਮਹਾਰਾਜ ਨੇ ਦਰਜ ਨਹੀਂ ਕੀਤਾ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਆਸ਼ੇ ਅਨੁਸਾਰ ਉਹ ਮੇਲ ਨਹੀਂ ਸੀ ਖਾਂਦੀ। ਮਹਾਰਾਜ ਕਹਿੰਦੇ ਦਰਜ ਨਹੀਂ ਕੀਤੀ ਜਾ ਸਕਦੀ। ਇੱਥੇ ਰੱਬੀ ਬੋਲ ਦਰਜ ਹੋਣਗੇ, ਇੱਥੇ ਮਿਲਾਵਟ ਨਹੀਂ ਹੋਣ ਦਿੱਤੀ ਗੁਰੂ ਅਰਜਨ ਦੇਵ ਸਾਹਿਬ ਜੀ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਤਾ ਗੱਦੀ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਬਖਸ਼ਦੇ ਹਨ। ਹੁਕਮ ਕਰ ਦਿੰਦੇ ਹਨ ਕਿ ਤਲਵਾਰਾਂ ਵੀ ਪਹਿਨਣੀਆਂ ਹਨ, ਸ਼ਸਤਰ ਵੀ ਰੱਖਣੇ ਹਨ, ਘੋੜ ਸਵਾਰੀ ਘੋੜੇ ਵੀ ਰੱਖਣੇ ਹਨ, ਤਖਤ ਵੀ ਸਜਾਉਣਾ ਹੈ। ਮਹਾਰਾਜ ਨੇ ਹੁਕਮ ਕਰ ਦਿੱਤੇ। ਬਾਬਾ ਬੁੱਢਾ ਸਾਹਿਬ ਜੀਆਂ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਜਾਣ ਲੱਗੇ ਆਪਣੇ ਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਆਖਦੇ ਨੇ, ਪੁੱਤਰ ਜੀ ਇਹ ਆਪ ਸਿੱਖ ਹਨ, ਇਹਨਾਂ ਦੀ ਰਹਿਨਾਈ ਕਰਨੀ ਹੈ, ਭਾਵ ਇਹਨਾਂ ਦੀ ਹਰ ਗੱਲ ਮੰਨਣੀ ਹੈ। ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਜੀ ਲਾਹੌਰ ਜਾਂਦੇ ਹਨ। ਇੱਥੇ ਇੱਕ ਗੱਲ ਹੈ, ਪਹਿਲਾਂ ਤਾਂ ਚੰਦੂ ਤੇ ਜਿਹੜਾ ਮੁਰਤਜ਼ਾ ਖਾਂ, ਇਹਨਾਂ ਨੇ ਮਹਾਰਾਜ ਨੂੰ ਪਹਿਲਾਂ ਭੁੱਖਿਆ ਰੱਖਿਆ ਗਿਆ, ਕੁਝ ਖਾਣ ਦੇ ਲਈ ਨਹੀਂ, ਕਿਉਂਕਿ ਇਹ ਵੀ ਇੱਕ ਸਜ਼ਾ ਹੈ, ਭੁੱਖਾ ਰੱਖਣਾ, ਪਿਆਸਾ ਰੱਖਣਾ। ਤੇ ਫਿਰ ਚੰਦੂ ਨੇ
मुर्तजा खां ने अपनी मंग रखी। सब तो पहली मंग जिहड़ी सी वो ये रखी गई कि जो तुसीं ग्रंथ की रचना की है उस विच साडे अनुसार साडे कहे अनुसार लिख दिता जाए। पर बलिहार जाइए गुरु अर्जन देव साहब जियां तो मारे कहते इत्थे एक भी गल जिहड़ी गुरमत तो उल्ट नहीं की लिखी जा सकती। इत्थे इलाही बोल हन, रब्बी बोल हन। जिमें मां अपने बच्चे नूं शुद्ध खुराक दिंदी है, इस तरह गुरु अर्जन देव साहब जी ने समुची मानवता दी आत्मा लई, आत्मा दी शुद्धता दे लई सतगुरु जियां ने सानू ये शुद्ध खुराक बख्शना कीती है। मारे कहते नहीं ये भी कबूल नहीं होएगा। उन्होंने अगे मंग रखी भी जो गुरु घर की गोलक है, चढ़ावा है, उस विचों सानू भी हिस्सा दिता जाए, साडा भी हिस्सा पक्का रखना। सतगुरु जी कहते संगत का धन है, संगत की माया ते संगत के हित लई लगेगी। कोड़ियां लई आश्रम हस्पताल बन गए, तरन तारण साहब महाराज ने बनाना कीता। सतगुरु जी पातशाह कहते पर यह जालमां दे लई धन नहीं है, ये ऐश परस्तियां करन वालियां दे लई नहीं है। संगत का धन संगत दे लई है। फिर उन्होंने कहा तुसी इस्लाम कबूल कर लो, सिख धर्म त्याग दो, क्योंकि बड़ा वड्डा तुहाडा प्रचार केंद्र बन गया है। महाराज ने भी गल इनकार कर दी। सतगुरु जियां नूं फिर एक देगा गर्म किया गया, पानी उबलता है, उस उबलते देगे दे विच गुरु पातशाह जी महाराज जी बैठे हैं। थले अग बलदी है, गर्म देगा कह लगे पानी उबलता पिया है। वो पहली सजा तां सी भी इस दे नाल जिहड़ी मौत तां नहीं होएगी, पर सजा ऐसी है भी गुरु अर्जन देव साहब जी अपनी हार पाप साडी गल मन लैणगे, जो उन्होंने गल धारण की वो त्याग देणगे। दूसरी जिहड़ी सजा दी गई, तत्ता पानी तत्ती तवी गर्म की गई, उसते महाराज बराजे हैं। सारी जिंदगी जिन्होंने तपाउण का यतन किया गया, जदों महाराज तत्ती तवी ते बैठे हैं, फिर चंदू कहता अजे भी तुसी मन लवो। सतगुरु जी का समुचा पावन शरीर शालो शाली होया पिया है। ते कहते फिर जदों ना मारे ने उन्होंने गल कबूली, फिर गुरु साहब जियां दे पावन सीस ते गर्म रेता सुरख लाल कीती। वो कवि दे बोल हन, कहते जिहदे सीस ते कदी सी कलस झुकदे, गर्म बालू दे कड़छे पवा रिहा सी। कई पहरा 11 दी सेज बह के शांत मई दे पूरने पा रिहा सी। सीना जगदा तपदा ठारने नूं तन अपना साड़ विखा रिहा सी। कहना सौखा ते सुनना भी बहुत सौखा, औखी गल है अमल कमाउण वाली। ये तां आत्मा ही उस रब दी सी तत्ती तवी ते सुखमनी गाउण वाली। महाराज दे सीस ते रेता पाया गया। साईं मियां मीर जी ने जदों आके हाल वेखिया, उत्थे गुरु अर्जन देव साहब जी कह रहे हैं तेरा किया मीठा लागे, हर नाम पदार्थ नानक मांगे। साईं मियां मीर जी कहन लगे उन्हां बैराग विच आए, जदों महाराज दे शरीर की हालत वेखी ते आके कहते चारों तरफ अग बरसे, सेक सी तन साड़दा, शाले शाले हो गया जुस्सा सच्ची सरकार दा।
साईं मियां मीर डिठा हाल आजद यार दा, ओ हो पिया कोई रो पिया चीख ते चहाड़ी मारदा। मारे नूं किया मारे हुक्म करो, इन्हां वैरियां दा खात्मा करदिआं तुसीं हुक्म करना करो। गुरु अर्जन देव पातशाह जी कहंदे साईं जी इस तन वल ना वेखो, साडे अंदर वेखना करो। बाहर अग बलदी है, शरीर शालो शाली होया पिया, पर अंदर अज भी ठंडा है। सतगुरु जी कहंदे साईं जी छोड़ो प्रीति चाम से, क्या हुआ तन जल रहा, हम शांत है हरि नाम से। साडा अंदर अज भी शांत है, टिकिया हुआ है। तती तवी ते बैठ के भी रब दे गुण गाने, शांतमई दे शहीदी दे देनी। सतगुरु पातशाह नूं इस तरह 5 दिन लगातार तसीहे दिते गए। महाराज जी नूं फिर रावी दे दरिया विच कुछ इतिहासकारां ने कहा भी रोड़ दिता, कुछ कहण लगे भी मारे इशनान करन गए। भाव सतगुरु पातशाह जी नूं शहीद किया गया, शहीदी प्राप्त की, जिसने एक नवी क्रांति लैके आंदी। गुरु पातशाह महाराज जियां दे जीवन अगाध बोल शहीदां दे सरताज हैं, जिन्हां ने एक बड़ी वड्डी जिहड़ी है मिसाल कायम करना कीती है। क्योंकि एक सबर दी भी जे सबर परखना है ते हर एक तसीहे जिहड़ा है वो सहार जाता है। पर गुरु साहिब जी कहते जदों एक दृढ़ता की एक मारे कहते जदों वीर रस की गल आउंदी है, उदों एक भी सवा लख दे नाल जूझ जाता है। एक शांतमई शहीदी है, एक वीर रस, एक जूझ के जो शहीदी है। सतगुरु पातशाह जी कृपा करन समा हो गया है, बेअंत भुलां चुकां दी खिमा। सतगुरु जी कृपा रहमत बख्शिश करन, जिन्हां सिद्धांतां ते सतगुरु ने चलण दी प्रेरणा कीती है। जे सुख दे तां तुझे अराधी, दुख भी तुझे ध्याई। जे भुख दे तां हित ही राजा, दुख विच सोख मनाई। मीत करे सोई हम माना, मीत के करतब कुशल समाना। बेअंत भुलां चुकां दी खिमा। वाहिगुरू जी का खालसा, वाहिगुरू जी की फतेह।